ਜੀਵਨ ਸਿੰਘ ਜੀ ਵੀ ਛੋਟੇ ਜਿਹੇ ਸੀ ਤੇ ਨਾਲ ਸੀ। ਜਦੋਂ ਦਰਸ਼ਨ ਕਰਨ ਗਏ ਤੇ ਉੱਥੇ ਸੋਢੀਆਂ ਦਾ ਕਬਜ਼ਾ ਸੀ, ਜਿਹੜੇ ਮਿਹਰਬਾਨ ਦੀ ਔਲਾਦ ਸੀ, ਬਾਬਾ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ। ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਹਰਮੰਦਰ ਸਾਹਿਬ ਦੇ, ਤੇ ਸਤਿਗੁਰੂ ਬਾਹਰ ਹੀ ਬਹਿ ਕੇ ਥੜੇ ਤੇ ਆ ਗਏ ਸੀ। ਉਹ ਕਹਾਣੀ ਭਾਈ ਜੈਤਾ ਆਪਣੇ ਪਿਤਾ ਤੋਂ ਸੁਣਦੇ ਹੁੰਦੇ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੱਦੀ ਤੇ ਬਿਰਾਜੇ ਸੀ, ਤੇ ਉਹਨਾਂ ਨੇ ਕਿਹਾ ਸੀ ਅਸੀਂ ਮਾਝੇ ਦੀ ਧਰਤੀ ਤੇ ਜਾਣਾ ਹੀ ਨਹੀਂ। ਤੇ ਜਦੋਂ ਗੁਰੂ ਸਾਹਿਬ ਜੀ ਨੇ ਅੱਜ ਭਾਈ ਜੈਤੇ ਨੂੰ ਕਿਹਾ ਕੁਛ ਮੰਗ, ਤੈਨੂੰ ਦੇਣ ਨੂੰ ਜੀ ਕਰਦਾ, ਤੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਨੇ ਹੱਥ ਜੋੜੇ। ਜਿਹੜੀ ਅੱਜ ਅਸੀਂ ਅਰਦਾਸ ਦੇ ਵਿੱਚ ਸਰਵਣ ਕਰਦੇ ਆ ਨਾ ਕਿ ਅੰਮ੍ਰਿਤਸਰ ਦੇ ਖੁੱਲੇ ਦਰਸ਼ਨ ਇਸ਼ਨਾਨ ਬਖਸ਼ੋ, ਇਹ ਸ਼ਬਦ ਬਾਬਾ ਜੀਵਨ ਸਿੰਘ ਦੇ ਆ, ਭਾਈ ਜੈਤਾ ਜੀ ਦੇ। ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕੀਤੀ, ਸਤਿਗੁਰੂ ਤੁਠੇ ਜੇ ਤੇ ਅੰਮ੍ਰਿਤਸਰ ਸਾਹਿਬ ਦੇ ਖੁੱਲੇ ਦਰਸ਼ਨ ਤੇ ਇਸ਼ਨਾਨ ਬਖਸ਼ ਦਿਓ। ਸਤਿਗੁਰੂ ਕਹਿਣ ਲੱਗੇ ਭਾਈ ਜੈਤਿਆ ਜਾ, ਬਖਸ਼ੇ ਤੈਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ੇ ਤੈਨੂੰ, ਜਾਓ ਇਸ਼ਨਾਨ ਕਰਕੇ ਆਓ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ 1100 ਰੁਪਈਆ ਭਾਈ ਜੈਤਾ ਜੀ ਨੂੰ ਦਿੱਤਾ। ਕਹਿਣ ਲੱਗੇ ਜਾਓ ਮੇਰੇ ਵੱਲੋਂ ਵੀ ਉੱਥੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਆਇਓ। ਤੇ ਜਦੋਂ ਰਗਰੇਟਿਆਂ ਦੀ ਫੌਜ ਲੈ ਕੇ ਬਾਬਾ ਜੀਵਨ ਸਿੰਘ ਜੀ ਅੰਮ੍ਰਿਤਸਰ ਆਏ ਨਾ, ਗੁਰੂ ਕੇ ਬਾਗ ਆਣ ਕੇ ਉਤਾਰਾ ਕੀਤਾ ਦਲ ਪੰਥ ਨੇ, ਉੱਥੇ ਡੇਰਾ ਲਾਇਆ। ਤੇ ਉਦੋਂ ਫਿਰ ਜਿਹੜੇ ਪੁਜਾਰੀ ਸੀ ਨਾ, ਗੁਰਦੁਆਰੇ ਦਰਬਾਰ ਖੁੱਲੇ ਛੱਡ ਕੇ ਭੱਜ ਗਏ ਸੋਢੀ। ਵੇਖਿਆ ਕਿੱਧਰ ਗਏ ਪੁਜਾਰੀ। ਦਿਨ ਚੜਿਆ, ਸਾਰੀ ਰਾਤ ਉਡੀਕਿਆ। ਜਦੋਂ ਦਿਨ ਚੜਿਆ ਤੇ ਭਾਈ ਸੰਗਤ ਸਿੰਘ ਜੀ ਨੂੰ ਕਹਿੰਦੇ ਸੀ ਪੰਥ ਵਿੱਚ ਸੰਗਤੀਆ, ਤੇ ਬਾਬਾ ਜੀ ਕਹਿਣ ਲੱਗੇ ਭਾਈ ਸੰਗਤ ਜੀ ਜਾਓ, ਪੁਜਾਰੀਆਂ ਨੂੰ ਬੁਲਾ ਕੇ ਲਿਆਓ, ਅਰਦਾਸਾਂ ਕਰਾਉਣੀਆਂ ਨੇ, ਨਾਲ ਦੇਗ ਕਰਾਉਣੀ ਗੁਰੂ ਸਾਹਿਬ ਵੱਲੋਂ ਵੀ। ਤੇ ਜਦੋਂ ਭਾਈ ਸੰਗਤ ਸਿੰਘ ਜੀ ਸੋਢੀਆਂ ਦੇ ਘਰਾਂ ਵਿੱਚ ਉਹਨਾਂ ਪੁਜਾਰੀਆਂ ਨੂੰ ਬੁਲਾਉਣ ਵਾਸਤੇ ਗਏ ਨਾ, ਤੇ ਉੱਥੇ ਕੁਛ ਵੀ ਨਹੀਂ, ਘਰ ਖਾਲੀ ਸਾਰੇ। ਜਦੋਂ ਉਹਨਾਂ ਦੇ ਨੌਕਰਾਂ ਚਾਕਰਾਂ ਨੂੰ ਪੁੱਛਿਆ ਵੀ ਕਿੱਧਰ ਗਏ, ਉਹ ਕਹਿੰਦੇ ਜੀ ਉਹ ਤੇ ਰਾਤੋਂ ਰਾਤ ਧਨ ਦੇ ਗੱਡੇ ਲੱਦ ਕੇ ਤੇ ਮਾਲਵੇ ਦੀ ਧਰਤੀ ਨੂੰ ਉਦੋਂ ਕਹਿੰਦੇ ਸੀ ਜੰਗਲ ਦੇਸ਼, ਮਾਲਵਾ ਇਹਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ। ਇਹਨੂੰ ਇਤਿਹਾਸ ਵਿੱਚ ਜਦੋਂ ਪੜਾਂਗੇ ਨਾ ਜੰਗਲ ਦੇਸ਼ ਕਹਿੰਦੇ ਆ, ਜੰਗਲੀ ਜੰਗਲ ਸੀ, ਆਬਾਦੀ ਕੋਈ ਨਹੀਂ ਸੀ ਉੱਧਰ। ਕਹਿੰਦੇ ਜੀ ਉਹ ਤਾਂ ਜੰਗਲ ਦੇਸ਼ ਨੂੰ ਚਲੇ ਗਏ ਧਨ ਦੌਲਤ ਦੇ ਗੱਡੇ ਭਰ ਕੇ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਉਹ ਗੁਰੂ ਘਰ ਦੀ ਪੂਜਾ ਚੁੱਕਦੇ ਆਉਂਦੇ ਸੀ, ਬਹੁਤ ਧਨ ਸੀ ਉਹਨਾਂ ਦੇ ਕੋਲ। ਤੇ ਮਾਲਵੇ 'ਚ ਜਾ ਕੇ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਤੇ ਜਗੀਰਾਂ ਬਣਾਈਆਂ, ਪਿੰਡ ਵਸਾਏ। ਅੱਜ ਉਧਰ ਗੁਰੂਸਰ, ਗੁਰੂ ਕੇ, ਗੁਰੂ ਜੋਧੇ, ਗੁਰੂ ਘਾਟ, ਗੁਰੂ ਇਦਾਂ ਕਰਕੇ ਪਿੰਡ ਉਹਨਾਂ ਦੇ ਵਸੇ ਸੋਢੀਆਂ ਦੇ, ਅੱਜ ਵੀ ਜਾ ਕੇ ਵੇਖ ਸਕਦੇ ਹੋ ਮਾਲਵੇ ਦੀ ਧਰਤੀ। ਜਦੋਂ ਇਹ ਖਬਰ ਬਾਬਾ ਜੀਵਨ ਸਿੰਘ ਨੂੰ ਮਿਲੀ, ਉਹਨਾਂ ਨੇ ਇੱਕ ਬੇਨਤੀ ਪੱਤਰ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮਹਾਰਾਜ ਇਸ ਤਰ੍ਹਾਂ ਕੀਤਾ ਪੁਜਾਰੀਆਂ ਨੇ ਤੇ ਗੁਰਦੁਆਰੇ ਸੁੰਨੇ ਹੋ ਗਏ ਆ, ਦਰਬਾਰ ਜਿਹੜੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਬਰ ਸੁਣੀ ਤੇ ਉਹਨਾਂ ਨੇ ਹੁਕਮਨਾਮਾ ਲਿਖਿਆ ਬਾਬਾ ਜੀਵਨ ਸਿੰਘ ਨੂੰ। ਕਹਿਣ ਲੱਗੇ ਸੰਤ ਜੀ ਰਗਰੇਟਿਆਂ ਨੂੰ ਮਰਿਆਦਾ ਸਮਝਾ ਕੇ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਕੇ ਫੇਰ ਆਇਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਸੀ। ਤੇ ਥਾਂ ਪਰ ਥਾਂ ਬਾਬਾ ਜੀਵਨ ਸਿੰਘ ਜੀ ਨੇ ਰੰਗਰੇਟਿਆਂ ਨੂੰ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦਿੱਤੀ। ਤੇ ਉਥੋਂ ਚੱਲ ਕੇ ਵਾਪਸ ਗਏ। ਉਦੋਂ ਤੋਂ ਲੈ ਕੇ ਤੇ ਅਕਾਲੀ ਫੂਲਾ ਸਿੰਘ ਤੱਕ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਸੀ ਇਹ ਰੰਗਰੇਟਿਆਂ ਕੋਲ ਰਹੀ। ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ, ਇਹਨਾਂ ਪੁਜਾਰੀਆਂ ਨੇ ਇੱਕ ਬੜੀ ਕੋਝੀ ਚਾਲ ਚੱਲੀ ਰੰਗਰੇਟਿਆਂ ਨੂੰ, ਕਿਉਂਕਿ ਈਸਾਈ ਧਰਮ ਦੇ ਵਿੱਚ ਨਾ ਸਿਰ ਢੱਕਣ ਦੀ ਪਾਬੰਦੀ ਆ ਤੇ ਨਾ ਜੋੜਾ ਲਾ ਕੇ ਆਉਣ ਦੀ ਮਨਾਹੀ ਆ। ਉਹਨਾਂ ਨੂੰ ਅੰਗਰੇਜ਼ ਅਫਸਰਾਂ ਨੂੰ ਇਹਦੇ ਬਾਰੇ ਮਰਿਆਦਾ ਦੇ ਕੁਝ ਪਤਾ ਨਹੀਂ ਸੀ। ਹਰਮੰਦਰ ਸਾਹਿਬ ਦੇ ਉਹ ਦਰਸ਼ਨ ਕਰਨ ਵਾਸਤੇ, ਧਿਆਨ ਦੇ ਵੇਖਣ ਵਾਸਤੇ ਤੇ 14-15 ਅੰਗਰੇਜ਼ ਅਫਸਰ ਜਿਹੜੇ ਸੀ ਨਾ ਉਹ ਆ ਗਏ ਦਰਬਾਰ। ਬਕਰਮਾ ਸਰੋਵਰ ਦੇ ਘੇਰੇ ਘੇਰੇ ਫਿਰੇ। ਉਸ ਟਾਈਮ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਸੀ ਵੀ ਸਿੱਖ ਮਰਿਆਦਾ ਐਦਾਂ ਹੈ, ਪਰ ਇਹ ਜਿਹੜੇ ਸੋਢੀ ਸੀ ਨਾ ਇਹ ਕਹਿਣ ਲੱਗੇ ਵੱਡੇ ਗੁਰੂ ਦੇ ਬੇਟੇ ਬਣੇ ਫਿਰਦੇ ਹੋ, ਆ ਬੇਅਦਬੀ ਹੋ ਗਈ, ਮਹਾਰਾਜ ਦੀ ਬੇਅਦਬੀ ਕਰਾਤੀ ਤੁਸੀਂ, ਜਰਾ ਅੱਜ ਜੋੜੇ ਪਾ ਕੇ ਟੋਪੀਆਂ ਪਾ ਕੇ ਇਹ ਆ ਗਏ ਨੇ ਮਹਾਰਾਜ ਦੇ ਬਕਰਮਾਂ ਦੇ ਵਿੱਚ। ਰਗਰੇਟੇ ਜੋਸ਼ ਵਿੱਚ ਆਏ, ਉਹ 14-15 ਅੰਗਰੇਜ਼ ਵੜ ਦਿੱਤੇ ਤੇ ਉਧਰ ਜਾ ਕੇ ਅੰਗਰੇਜ਼ਾਂ ਨੂੰ ਕਹਿੰਦੇ ਇਹ ਜਾਹਲ ਕੌਮ ਆ,
जब तक इन्हां नूं तुसीं इस कौम नूं खत्म ना कीता तुसीं पंजाब ते राज नहीं कर सकदे। ते इतिहास भी एक गवाह सी, मजीठीए सरदार, लैलपुरीए, शेखूपुरीए, फिर लाहौरीए, ये सारे सरदारां ने अंग्रेजां नाल समझौता कीता सी। जदों कौंसल बनी सी, अंग्रेजां ने बनाई सी, महाराणी जिंदा दे सारे हक खोण लगे ते मोहकम चंद दा पोतरा उस कौंसल दा मैंबर सी, वो बोलिया कि ये जुल्म आ। ते अंग्रेज अफसर ने कहा सी इन्ने सरदार बैठे, ये नहीं बोलते, तू बोलदा है, खबरदार बोलिया ने तेनू भी उसे जिंदा दे नाल ही कर दूंगा। वो भी चुप कर गया सी। ते उदों इन्हां सोढियां ने उदों एक गुरु घर दा लाल जिहड़ा गुरु का बेटा सी, जट सिख कौम दे विचों जिन्हें अपना सब कुछ कुर्बान कर दिता इस सिख राज नूं बचाउण वास्ते, वो सरदार असाम सिंह जी अटारी वाला सी। उहदे नाल जिहड़ी फौज सी वो सारी रंगरेटियां दी सी। वो लड़े आखिरी दम तक। ते इह अंग्रेजां नूं पता ही सी कि ये कौम अड़ी आ। उहने फिर की कीता, जाके सोढियां ने कहा यह कौम तुहानूं राज नहीं करन देगी। एक अफसर मार दिते 14-15। दूजा उन्होंने जाके इस कौम बारे भटकाया। अंग्रेजां ने आके तोफां बीड़ दित्तियां, कुछ रंगरेटे तोफां दे अगे खिलार के उड़ा दिते, कुछ रंगरेटियां नूं उत्थे फांसियां दे के मार दिता। ते ओ गुरुद्वारे दी सेवा संभाल जिहड़ी सी वो फिर उन्हां महंतां नूं पुजारियां नूं दे दित्ती। उदों रंगरेटे कौम दे मंदे दिन आए ने। ना इन्हां नूं किते फौज च नौकरी मिलदी सी, ना इन्हां दे कोल गुरु घरां दी सेवा सी, खेती ये कर नहीं सी सकदे, ना ही अज कर सकदे आ। सरकार ने जमीनां रंगरेटियां नूं दित्तियां सी, पर 100 दे विचों कोई 2-4 रंगरेटे ऐसे होणगे जिहड़े खेती करदे आ, नहीं ते सब जमीनां जमूनां वेच के वेले हो गए। लड़ाई जिन्नी मर्जी करा लो इन्हां कोल, क्योंकि फौजी ने लड़ना आउंदा इन्हां नूं, पर खेती नहीं कर सकदे। हुण थोड़ा थोड़ा व्यापार विच हिस्सा लैंदे आ, पर इन्हां दा इक्को ही काम सी, आद काल तो ये लड़दे आ रहे आ, फौजी सन। ते इन्हां दे मंदे दिन उदों आ गए जदों फौज विच भी नहीं सी रखदे। फिर सरदार हरी सिंह नरवा, मजबी सिख रंगरेटा, गुरु का बेटा, ओदा पुत्र सी नरवैर सिंह। जदों हरी सिंह नरवे नूं शहीद हो गया ते ओदी सारी प्रॉपर्टी जब्त कर ली महाराजा रणजीत सिंह ने। ते ओ दरबार च पेश होया दोवें मावां नूं लैके, दोवें भैणां नूं अपणियां नूं लैके कि तुहाडे वास्ते साडे पिता ने इस पंजाब वास्ते इन्नी घालना घाली ते अज तुसीं सब कुछ खो लिया। महाराजा रणजीत सिंह कहन लगे कि वो साडा मुलाजम सी, वो सेवा करदा सी खालसे राज दी, ओनूं सगातां मिलियां सी, तुसीं करोगे तुहानूं भी मिलणगीਆਂ। ते फिर सरदार नरवैर सिंह कहन लगे भी उन्हां दा जिहड़ा अपना परसनल पैसा सी 3 लाख वो महाराजा रणजीत सिंह दे बैंक विच जमा सी, वो मंगया, कहन लगे वो ही दे दिओ। कहन लगे भी वो भी सरकारी पैसा जब्त हो गया है, तुसीं नौकरी करो तुहानूं भी मिलेगा। उस वक्त सरदार नरवैर सिंह ने कहता सी असीं तेरी नौकरी नहीं करनी, असीं इहो जी नौकरी ते थुकदे आ। साडे पिता ने की कुछ नहीं कीता, उहदे परिवार ने मगरों आ हालत कीती ते साडे नाल की करोगे, असीं नहीं करनी तेरी नौकरी। पढ़िया लिखिया वो भाई नरवैर सिंह सी। लुधियाने जाके अंग्रेज सरकार दे कोल उन्हें दसिया कि मैं सरदार हरी सिंह नरवे दा पुत्तर आ। अंग्रेज सरकार ने उन्होंने कमिश्नर लाता। जदों इस कौम दे नाल अंग्रेज कौम बड़ा धक्का करदी पई सी ना, उदों सरदार नरवैर सिंह ने जनरल अख्तर लोनी नूं यह गल कही सी कि ये जिहड़े रंगरेटे आ ना, ये जाहल कौम नहीं है, ये बड़ी वफादार कौम आ। इन्हां दे सिर ते कदी हथ रख के वेख, इन्हां नूं कदी जफ्फी पा के प्यार करके वेख, इन्हां दे एक एक कतरे दे विच वफादारी भरी हुई आ। तू इन्हां नूं फौज च भर्ती कर। हरी सिंह नरवा सी, जिथों तक हद्दां बनाईआं सी ओने, अज भी तेरियां हद्दां दी राखी करनगे। उस टाइम सरदार नरवैर सिंह दी सिफारिश ते गौर कीता अंग्रेज सरकार ने ते इन्हां नूं रंगरेटिआं नूं फौज विच भर्ती कीता ते उस फौज दा कंपनी दा नाम रखिया सिख लाई पलटन। ओदियां सारियां रहतां बैतां नूं बरकरार रखिया। वो सिख लाई पलटन जिहड़ी सी ना, वो फिर फौज दे विच आई ते थोड़ा थोड़ा इस कौम दा फिर सुधार होण लगा। पर पंथ दोखी समय समय नाल इहनूं दबाउंदे आए आ। हुण ओ समा आ गया है
ਕਿ ਵਿਗਿਆਪਨ ਜੋਗਿਆ ਮੀਡੀਆ ਜੋਗਿਆ ਹੁਣ ਮੇਰੀ ਜ਼ਬਾਨ ਤੇ ਭਾਵੇਂ ਦੱਬ ਦਿਓ ਪਰ ਰਗਰੇਟਾ ਕੌਮ ਦੀ ਜ਼ਬਾਨ ਨਹੀਂ ਕੋਈ ਦੱਬ ਸਕਦਾ। ਇਹ ਰਗਰੇਟਾ ਕੌਮ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਰਗਰੇਟਿਆਂ ਦਾ ਇਤਿਹਾਸ ਇਹ ਦਾਸ ਨੇ ਤੁਸ਼ ਬੁੱਧੀ ਅਨੁਸਾਰ ਜਿੰਨੀ ਸਟੱਡੀ ਕੀਤੀ ਹੈ ਉਹ ਸੁਣਾਇਆ ਹੈ। ਤੇ ਆਖਰ ਦੇ ਵਿੱਚ ਮੈਂ ਖਾਸ ਕਰਕੇ ਮਜਬੀ ਸਿੱਖ ਕੌਮ ਨੂੰ ਇੱਕ ਅਪੀਲ ਕਰਾਂਗਾ, ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ, ਐ ਗੁਰੂ ਪਿਆਰਿਓ ਪ੍ਰਚਾਰ ਕਰੋ, ਪ੍ਰਚਾਰ ਤੇ ਪੈਸਾ ਖਰਚ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਬੱਚਿਆਂ ਨੂੰ ਉੱਚ ਕੋਟੀ ਦੀ ਵਿਦਿਆ ਦਿਓ। ਤੇ ਇਹ ਜਿਹੜਾ ਫੇਸਬੁੱਕ ਤੇ WhatsApp ਤੇ ਜਿਹੜਾ ਜੱਟਵਾਦ ਯੇਵਾਦ ਕਰਦੇ ਹੋ ਨਾ, ਇਹ ਬੰਦ ਕਰ ਦਿਓ, ਕਿਉਂਕਿ ਜੱਟ ਤੇ ਮਜਬੀ ਨੌ ਤੇ ਮਾਸ ਦਾ ਰਿਸ਼ਤਾ ਹੈ। ਆ ਜਿਹੜੇ ਸਟੇਜਾਂ ਦੇ ਉੱਤੇ ਜੱਟ ਜੱਟ ਰੌਲਾ ਪਾਇਆ ਜਾ ਰਿਹਾ ਨਾ, ਉਹ ਜੱਟ ਦੀ